ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਮਹਾਨ ਅਪਾਰ ਬਖਸ਼ਿਸ਼ ਪਰਮਾਤਮਾ ਨੇ ਕੀਤੀ ਹੈ। ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਆਨੰਦ ਦੇ ਵਿੱਚ ਜਿਉਣ ਦਾ ਸੁਭਾਗ ਸਮਾਂ ਪਰਮਾਤਮਾ ਨੇ ਬਖਸ਼ਿਆ ਹੈ। ਹਰ ਇੱਕ ਪ੍ਰਾਣੀ ਦੀ ਧਰਮ ਦੇ ਵਿਸ਼ੇ ਅੰਦਰ ਆਪਣੀ ਇੱਛਾ ਹੈ। ਕਿ ਪਰਮਾਤਮਾ ਮੇਰੇ ਜਿੰਨੇ ਦੁੱਖ ਸੁੱਖ ਨੇ ਉਸ ਨੂੰ ਸੁਣੇ ਅਤੇ ਜੋ ਪਰਮਾਤਮਾ ਦਾ ਹੁਕਮ ਹੈ ਉਹ ਪਰਮਾਤਮਾ ਸਾਨੂੰ ਸੁਣਾਵੇ। ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਅਗਰਵਾਈ ਜੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਇਸ ਮਨੁੱਖ ਨੂੰ ਮਨੁੱਖਾ ਸਰੀਰ ਨੂੰ ਮਿਲ ਜਾਂਦੀਆਂ ਹਨ। ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਆਪਣਾ ਜੀਵਨ ਬਤੀਤ ਕੀਤਾ ਹੈ, ਉਹਨਾਂ ਨੂੰ ਤੇ ਅੱਜ ਦੁਨੀਆ ਸਜਦਾ ਪਈ ਕਰਦੀ ਹੈ। ਉਹਨਾਂ ਦੀਆਂ ਗਾਥਾਵਾਂ ਤਮਾਮ ਦੁਨੀਆ ਗਾ ਰਹੀ ਹੈ। ਉਹਨਾਂ ਦੇ ਨਾਮ ਨੂੰ ਸਜਦਾ ਨੇ, ਉਹਨਾਂ ਦੇ ਨਾਮ 'ਤੇ ਧਾਰਮਿਕ ਅਸਥਾਨ ਬਣੇ ਮੌਜੂਦ ਨੇ। ਕਿਉਂਕਿ ਜਿੱਥੇ ਜਿੱਥੇ ਵੀ ਨਾਮ ਸਿਮਰਨ ਅਭਿਆਸੀ ਪੁਰਖ ਨੇ ਆਪਣੇ ਚਰਨ ਪਾਏ ਨੇ, ਉਹ ਚਰਨ ਪੈਣ ਦਾ ਇਤਨਾ ਵੱਡਾ ਪ੍ਰਤਾਪ ਸੀ ਕਿ ਚਰਨ ਪੈਣ ਦੇ ਨਾਲ ਹੀ ਉਹ ਧਰਤੀ ਸੁਹਾਵਣੀ ਬਣਾ ਦਿੱਤੀ। ਸਾ ਧਰਤ ਪਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਸਤਿਗੁਰਾਂ ਦੇ ਚਰਨ ਜਿੱਥੇ ਪਏ ਨੇ, ਗੁਰੂ ਦਾ ਹੁਕਮ ਜਦ ਵੀ ਮਨੁੱਖ ਮੰਨਦਾ ਹੈ ਤੇ ਬਿਲਕੁਲ ਸੁੱਖ ਅਤੇ ਦੁੱਖ ਤੋਂ ਜ਼ਿੰਦਗੀ ਜਿਹੜੀ ਹੈ ਦੀ ਉੱਪਰ ਉੱਠ ਖੜਦੀ ਹੈ। ਮਨੁੱਖ ਬਹੁਤੇ ਧਨ ਦੀ ਕਮਾਈ ਕਰਕੇ ਦੁੱਖਾਂ ਤੋਂ ਨਿਮਰਤੀ ਨਹੀਂ ਪਾ ਸਕਦਾ। ਪਰਮਾਤਮਾ ਨੇ 2 ਵਕਤ ਦਾ ਨਿਤਨੇਮ ਬਖਸ਼ਿਆ, ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸੁਖਮਨੀ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਜਿਹੜੇ ਗੁਰਮੁਖ ਸੱਜਣ ਜਨ ਬੜੇ ਸੁਚੱਜੇ ਢੰਗ ਦੇ ਨਾਲ ਆਪਣੇ ਘਰ ਮਕਾਨ ਵਿੱਚ ਆਸਣ ਲਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਇਹ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਨੁੱਖ ਨੂੰ ਸੰਤੁਸ਼ਟ ਕਰ ਦਿੰਦੇ ਹਨ। ਪਰਮਾਤਮਾ ਨੇ
ਇਹ ਜਿਹੜਾ ਮਾਰਗ ਮਨੁੱਖ ਵਾਸਤੇ ਤਿਆਰ ਕੀਤਾ ਹੈ, ਇਹ ਐਸਾ ਮਾਰਗ ਤਿਆਰ ਕੀਤਾ ਹੈ ਕਿ ਗਾ ਕੇ ਵੀ ਪਰਮਾਤਮਾ ਨੂੰ ਮਿਲ ਸਕਦਾ ਹੈ, ਸੁਣ ਕੇ ਵੀ ਪਰਮਾਤਮਾ ਨੂੰ ਮਿਲ ਸਕਦਾ ਹੈ। ਜਿਸ ਮਨੁੱਖ ਦੇ ਕੋਲ ਦੋ ਸਾਧਨ ਨੇ, ਇੱਕ ਸਿਮਰਨ ਅਤੇ ਦੂਸਰਾ ਸੇਵਾ, ਸਿਮਰਨ ਅਤੇ ਸੇਵਾ ਸਿਮਰਨ ਕਰਦਾ ਕਰਦਾ ਬੰਦਾ ਸੰਤੋਖੀ ਬਣ ਜਾਂਦਾ ਹੈ। ਸੇਵਾ ਕਰਦੇ ਕਰਦੇ ਮਨੁੱਖ ਦੇ ਕੋਲ ਇਤਨੀ ਨਿਮਰਤਾ ਆ ਜਾਂਦੀ ਹੈ ਕਿ ਉਹ ਆਪਣੀ ਸੇਵਾ ਦੇ ਨਾਲ, ਨਿਮਰਤਾ ਦੇ ਨਾਲ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਜਿਹੜੇ ਇਹ ਵਸਤੂਆਂ ਦਾ ਸਹਾਰਾ ਲੈਂਦੇ ਨੇ, ਗੁਰੂ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਸੇਵਾ ਮਿਲਿਆ ਹੈ, ਸਿਮਰਨ ਮਿਲਿਆ ਹੈ, ਇਹਨਾਂ ਦੇ ਬਹੁਤ ਵੱਡੇ ਕਰਮ ਨੇ। ਪਰ ਸੇਵਾ ਕਰਨ ਦਾ, ਸਿਮਰਨ ਕਰਨ ਦੀ ਮਨੁੱਖ ਨੂੰ ਜਾਂਚ ਹੋਣੀ ਜ਼ਰੂਰੀ ਹੈ ਕਿ ਸਿਮਰਨ ਸੇਵਾ ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ, ਕਿਸ ਦਾ ਕਰਨਾ ਹੈ। ਕਈ ਵਾਰੀ ਮਨੁੱਖ ਸਿਮਰਨ ਉਹਨਾਂ ਦਾ ਕਰਨ ਲੱਗ ਜਾਂਦਾ ਹੈ ਜਿਨ੍ਹਾਂ ਦਾ ਇਹਨੂੰ ਸਿਮਰਨ ਨਹੀਂ ਕਰਨਾ ਚਾਹੀਦਾ। ਸਿਮਰਨ ਹਮੇਸ਼ਾ ਉਸ ਦਾ ਕੀਤਾ ਜਾਂਦਾ ਹੈ ਜੋ ਸਾਥੋਂ ਅਗਾਂਹ ਹੈ। ਸੇਵਾ ਉਸ ਦੀ ਕੀਤੀ ਜਾਂਦੀ ਹੈ ਜੋ ਸਾਥੋਂ ਪਿਛਾਂਹ ਹੈ। ਪਿੱਛੇ ਵਾਲੇ ਦੀ ਸੇਵਾ ਕਰਕੇ ਉਹਨੂੰ ਆਪਣੇ ਬਰਾਬਰ ਲਿਆਂਦਾ ਜਾਂਦਾ ਹੈ। ਸੇਵਾ ਕਰਨ ਦੀ ਜਾਂਚ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਦੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਮੇਨ ਮੰਨੀਆਂ ਗਈਆਂ ਨੇ, ਸੇਵਾ ਅਤੇ ਸਿਮਰਨ। ਪਰ ਇਹ ਦੋਨੇ ਕਰਮ ਕਰਨ ਦੀ ਜਿਸ ਹਿਸਾਬ ਦੇ ਨਾਲ ਗੁਰਬਾਣੀ ਕਹਿੰਦੀ ਹੈ, ਉਸ ਹਿਸਾਬ ਦੇ ਨਾਲ ਮਨੁੱਖ ਸੇਵਾ ਅਤੇ ਸਿਮਰਨ ਕਰਦਾ ਹੈ ਅਤੇ ਉਹਨੂੰ ਫਲ ਮਿਲਦਾ ਹੈ, ਵਰਨਾ ਕੋਈ ਫਲ ਨਹੀਂ ਮਿਲੇਗਾ। ਕਿਉਂਕਿ ਸਿਮਰਨ ਕਰਦਾ ਕਰਦਾ ਵੀ, ਸਿਮਰਨ ਬੰਦਾ ਕਰਦਾ ਘੱਟ ਹੈ, ਇਹ ਦਿਖਾਵਾ ਬਹੁਤ ਕਰਦਾ ਹੈ। ਤਾਂ ਕੀਤਾ ਹੋਇਆ ਇਸ ਦਾ ਸਿਮਰਨ ਵਿਅਰਥ ਚਲਿਆ ਜਾਂਦਾ ਹੈ। ਦਿਖਾਉਣ ਦੇ ਮਾਰੇ ਨੇ ਸੇਵਾ ਕੀਤੀ ਹੈ, ਦਿਖਾਉਣ ਦੇ ਮਾਰੇ ਨੇ ਸਿਮਰਨ ਕੀਤਾ ਹੈ। ਤਾਂ ਮਨੁੱਖ ਜਿਸ ਦਾ ਸਿਮਰਨ ਕਰਦਾ ਹੈ ਉਹਨੂੰ ਹਰ ਵਕਤ, ਹਰ ਪਲ ਚੇਤੇ ਰੱਖਦਾ ਹੈ ਅਤੇ ਹਰ ਵਕਤ, ਹਰ ਪਲ ਮਨੁੱਖ ਦੇ ਕੌਣ ਚੇਤੇ ਰਹਿੰਦਾ ਹੈ? ਆਪਣੇ ਮਿੱਤਰ ਦੋਸਤ ਚੇਤੇ ਰਹਿੰਦੇ ਨੇ, ਮਾਂ ਬਾਪ, ਆਪਣਾ ਘਰ-ਬਾਰ, ਆਪਣੇ ਦੁਸ਼ਮਣ, ਕਿਸੇ ਦੇ ਨਾਲ ਈਰਖਾ, ਦਵੈਸ਼, ਇਹ ਸਾਰੀਆਂ ਜਿਹੜੀਆਂ ਵਸਤੂਆਂ ਨੇ ਮਨੁੱਖ ਇਹਨਾਂ ਨੂੰ ਹਰ ਪਲ ਚੇਤੇ ਰੱਖਦਾ ਹੈ। ਸੁੱਤਾ ਜਦ ਮਨੁੱਖ ਉੱਠਦਾ ਹੈ, ਇਹਦੇ ਉੱਠਦੇ ਉੱਠਦੇ ਦੇ ਰੱਬ ਦਾ ਨਾਮ ਚੇਤੇ ਆਵੇ ਚਾਹੇ ਨਾ ਆਵੇ,
ਪਰ ਇਹਦੇ ਸਭ ਕੁਝ ਚੇਤੇ ਦੇ ਵਿੱਚ ਆ ਜਾਂਦਾ ਹੈ ਕਿ ਮੇਰਾ ਮਿੱਤਰ ਕੌਣ ਹੈ, ਦੁਸ਼ਮਣ ਕੌਣ ਹੈ। ਕਿਉਂਕਿ ਜਿਹੋ ਜਿਹੀ ਰਾਤ ਨੂੰ ਨੀਂਦ ਦੇ ਵਿੱਚ ਮਨੁੱਖ ਸੁੱਤਾ ਸੀ, ਜਿਹੋ ਜਿਹੀ ਸੋਚ ਲੈ ਕੇ ਸੁੱਤਾ ਸੀ, ਉਹੋ ਜਿਹੀ ਸੋਚ ਦੇ ਵਿੱਚ ਹੀ ਅੰਮ੍ਰਿਤ ਵੇਲੇ ਬੰਦਾ ਜਾਗਦਾ ਹੈ। ਤੋ ਸਭ ਕੁਝ ਚੇਤੇ ਵਿੱਚ ਹੈ। ਪਰਮਾਤਮਾ ਦਾ ਨਾਮ ਚਿੱਤ ਵਿੱਚ ਨਹੀਂ ਹੈ। ਕਿਉਂਕਿ ਇਹ ਵੀ ਇੱਕ ਸਿਮਰਨ ਬਣ ਜਾਂਦਾ ਹੈ ਮਨੁੱਖ ਦਾ, ਜਦੋਂ ਇਹ ਬੁਰਾਈਆਂ ਨੂੰ ਵਾਰੀ-ਵਾਰੀ ਚੇਤੇ ਕਰੀ ਜਾਂਦਾ ਹੈ। ਇੱਕ ਬੁਰਾਈ ਹੈ, ਉਹਨੂੰ 1-2 ਵਾਰੀ ਚੇਤੇ ਕੀਤਾ, ਉਹਦੇ ਵਿੱਚ ਵਾਧਾ ਹੋ ਗਿਆ। ਜਦ ਮਨੁੱਖ ਨੂੰ ਵਾਰੀ-ਵਾਰੀ ਚੇਤੇ ਕਰੀ ਜਾਂਦਾ ਹੈ ਤਾਂ ਬੁਰਾਈਆਂ ਦਾ ਇਸ ਦੇ ਕੋਲ ਵੱਡਾ ਭੰਡਾਰ ਇਕੱਠਾ ਹੋ ਜਾਂਦਾ ਹੈ। ਕਿਉਂਕਿ ਇੱਕ ਬੁਰਾਈ ਦੇ ਵਿੱਚੋਂ ਕਈ ਬੁਰਾਈਆਂ ਜਿਹੜੀਆਂ ਨੇ ਉਹ ਜਨਮ ਲੈਂਦੀਆਂ ਨੇ। ਇੱਕ ਬੁਰਾਈ ਦੇ ਵਿੱਚੋਂ ਔਰ ਜਿਹੜਾ ਮਨੁੱਖ ਬੁਰਾਈ ਵਾਲੇ ਪਾਸੇ ਪੈ ਗਿਆ, ਹਮੇਸ਼ਾ ਬੁਰਾਈਆਂ ਦੇ ਨਾਲ ਇਹਦੀ ਝੋਲੀ ਭਰੀ ਰਹਿੰਦੀ ਹੈ, ਅਗਾਹਾਂ ਨਹੀਂ ਚੱਲ ਸਕਦਾ। ਹਮੇਸ਼ਾ ਫਿਰ ਇਹਦੇ ਬੁਰਾਈਆਂ ਚੇਤੇ ਆਉਂਦੀਆਂ ਨੇ, ਬੁਰਾ ਹੀ ਦੇਖਦਾ ਹੈ, ਬੁਰਾ ਹੀ ਸੁਣਦਾ ਹੈ, ਬੁਰਾ ਹੀ ਬੋਲਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਐਸੀ ਜ਼ਿੰਦਗੀ ਜਿਹੜੀ ਹੈ, ਇੱਕ ਦਿਨ ਬੁਰਾਈਆਂ ਦੀ ਜ਼ਿੰਦਗੀ ਬਣ ਜਾਂਦੀ ਹੈ, ਕੁਝ ਵੀ ਨਹੀਂ ਰਹਿੰਦੀ। ਇਹ ਤੇ ਤੂੰ ਸਿਮਰਨ ਹੀ ਕਰਦਾ ਰਿਹਾ ਲਗਾਤਾਰ ਬੁਰਾਈਆਂ ਦਾ, ਕਿਉਂਕਿ ਬਹੁਤ ਸਾਰੀ ਦੁਨੀਆ ਹੈ ਜਿਹੜਾ ਐਸਾ ਸਿਮਰਨ ਕਰਦੀ ਹੈ। ਇੱਕ ਕਰਮ ਕਿਸੇ ਨੇ ਮਾੜਾ ਕੀਤਾ, ਉਹਨੇ ਇੱਕ ਕਰਮ ਮਾੜਾ ਕਰਕੇ ਛੱਡ ਦਿੱਤਾ, ਚੇਤੇ ਕਰਨ ਵਾਲੇ ਉਹਨੂੰ ਚੇਤੇ ਕਰੀ ਜਾਂਦੇ ਨੇ ਵਾਰੀ-ਵਾਰੀ। ਬੁਰਾ ਕਰਮ ਕਰਨ ਵਾਲਾ ਇੱਕ ਵਾਰੀ ਬੁਰਾ ਕੰਮ ਕਰਕੇ ਛੱਡ ਦਿੰਦਾ ਹੈ, ਪਰ ਜਿਹਨੇ ਦੇਖ ਲਿਆ ਜਾਂ ਜਿਹਨੇ ਸੁਣ ਲਿਆ ਉਹਨੂੰ ਵਾਰੀ-ਵਾਰੀ ਚੇਤੇ ਕਰਦਾ ਹੈ। ਇਹਨੇ ਕੱਲ੍ਹ ਬੁਰਾ ਕਰਮ ਕੀਤਾ ਸੀ, ਪਰਸੋਂ ਕੀਤਾ ਸੀ, 2 ਮਹੀਨੇ ਪਹਿਲਾਂ, 4 ਸਾਲ ਪਹਿਲਾਂ, 20 ਸਾਲ ਪਹਿਲਾਂ ਬੁਰਾ ਕਰਮ ਕੀਤਾ ਸੀ, ਵਾਰੀ-ਵਾਰੀ ਚੇਤੇ। ਤੋ ਲਗਾਤਾਰ ਨਿਰੰਤਰ ਇਹ ਬੁਰਾਈਆਂ ਦੇ ਵਿੱਚ ਲੱਗਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਸਿਮਰਨ ਕਰ, ਚੇਤੇ ਕਰ ਉਸ ਪਰਮਾਤਮਾ ਨੂੰ ਜੋ ਤੈਥੋਂ ਹਮੇਸ਼ਾ ਅਗਾਹਾਂ ਨੇ। ਅਗਾਹਾਂ ਪਰਮਾਤਮਾ ਦਾ ਸਿਮਰਨ ਇਸ ਕਰਕੇ ਕਰਨਾ ਹੈ ਤਾਂ ਕਿ ਤੇਰੀ ਉਹ ਬਾਂਹ ਪਕੜ ਕੇ ਤੈਨੂੰ ਬਰਾਬਰ ਲੈ ਜਾਣ, ਤੈਨੂੰ ਆਪਣਾ ਹੀ ਰੂਪ ਦੇ ਦੇਣ। ਕਲਗੀਧਰ ਮਹਾਰਾਜ ਨੇ ਤੇ ਐਲਾਨੀਆਂ ਆਪਣਾ ਰੂਪ ਦਿੱਤਾ ਹੈ। ਗੁਰੂ ਸਾਹਿਬ ਜੀ ਮਹਾਰਾਜ ਦੇ ਵਚਨ ਨੇ ਸੇਵਾ ਅਤੇ ਸਿਮਰਨ। ਸਿਮਰਨ ਹਮੇਸ਼ਾ ਉਸੇ ਦਾ ਕਰਨਾ ਹੈ ਜੋ ਅਗਾਹਾਂ ਹੈ, ਤਾਂ ਕਿ ਪਰਮਾਤਮਾ ਚੇਤੇ ਸ਼ਕਤੀ ਵਿੱਚ ਆਵੇ। ਸੇਵਾ ਦੇ ਨਾਲ ਮਨੁੱਖ ਦੇ ਜਿਹੜੀ ਅੰਦਰ ਦੀ ਕਠੋਰਤਾ ਹੈ ਉਹ ਖਤਮ ਹੁੰਦੀ ਹੈ। ਕਿਉਂਕਿ ਜਦ ਵੀ ਇਹ ਸੇਵਾ ਕਰਦਾ ਹੈ ਤੇ ਹਮੇਸ਼ਾ ਇਹਨੂੰ ਹਰ ਇੱਕ ਪ੍ਰਕਾਰ ਦੀ ਸੇਵਾ ਸੀਸ ਝੁਕਾ ਕੇ ਕਰਨੀ ਪੈਂਦੀ ਹੈ। ਕਿੰਨੀਆਂ ਨਿਰੰਤਰ ਸੇਵਾਵਾਂ ਨੇ। ਤੋ ਮਨੁੱਖ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ। ਤਾਂ ਹੀ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦੇ ਵਿੱਚੋਂ ਐਲਾਨੀਆਂ ਬੰਦਾ ਮੰਗਦਾ ਹੈ ਕਿ ਪਰਮਾਤਮਾ ਸੇਵਾ ਬਖਸ਼ੀ ਅਤੇ ਸਿਮਰਨ ਬਖਸ਼ੀ। ਪਰ ਇਹ ਗੱਲ ਬੰਦੇ ਨੂੰ ਪੁੱਛ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਸਿਮਰਨ ਕਿਹਦਾ ਕਰਨਾ ਹੈ, ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ। ਸੇਵਾ ਕਿਸ ਦੀ ਕਰਨੀ ਹੈ, ਕਦੋਂ ਕਰਨੀ ਹੈ, ਕਿਵੇਂ ਕਰਨੀ ਹੈ, ਇਹ ਵੀ ਜਾਂਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਦੱਸ ਸਕਦੇ ਨੇ, ਹਰ ਇੱਕ ਮਨੁੱਖ ਨਹੀਂ ਦੱਸ ਸਕਦਾ। ਕਿਉਂਕਿ ਮਨੁੱਖ ਦੀ ਜਿਹੜੀ ਰਸਨਾ ਹੈ,
ਭਾਵੇਂ ਇਹ ਬਹੁਤ ਵੱਡੀ ਸਚਾਈ ਬਿਆਨ ਕਰਦੇ, ਪਰ ਜੇ ਕੋਈ ਮਨੁੱਖ ਬਹੁਤੀ ਵੱਡੀ ਸਚਾਈ ਬਿਆਨ ਕਰਦਾ ਤੇ ਮਾਰਗ 'ਤੇ ਇਕੱਲਾ ਹੀ ਰਹਿ ਜਾਂਦਾ ਹੈ, ਕਿਉਂਕਿ ਫਿਰ ਉਸ ਤੋਂ ਬਾਅਦ ਦੁਨੀਆ ਪ੍ਰਵਾਨ ਨਹੀਂ ਕਰਦੀ, ਕਿਉਂਕਿ ਦੁਨੀਆ ਇਸ ਦੇ ਉਲਟ ਚੱਲਦੀ ਹੈ। ਸਿਮਰਨ ਉਸ ਦਾ ਕਰਦੇ ਨੇ ਜਿਹੜੇ ਸਾਥੋਂ ਪਿੱਛੇ ਨੇ। ਕਿਸੇ ਚੋਰ ਨੇ ਚੋਰੀ ਕਰ ਲਈ, 20 ਸਾਲ ਤੱਕ ਇਹਨੇ ਯਾਦ ਰੱਖਿਆ ਵੀ ਫਲਾਣੇ ਨੇ ਚੋਰੀ ਕੀਤੀ ਸੀ, ਉਹ ਤਾਂ ਸਾਥੋਂ ਪਿੱਛੇ ਹੈ। 20 ਸਾਲ ਨਿਰੰਤਰ ਹੀ ਸਿਮਰਨ ਕਰਦਾ ਰਿਹਾ ਤਾਂ ਉਸਦਾ ਮਾੜਾ ਕਰਮ ਇੱਕ ਵਾਰੀ ਕਿਸੇ ਨੇ ਕੀਤਾ, ਵਾਰੀ ਵਾਰੀ ਬੰਦਾ ਯਾਦ ਕਰ ਰਿਹਾ, ਤਾਂ ਵਾਰੀ ਵਾਰੀ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਿਮਰਨ ਕਰਨਾ ਸੀ ਤੂੰ, ਤੇ ਫਿਰ ਤੇ ਤੂੰ ਸਿਮਰਨ ਉਸੇ ਦਾ ਹੀ ਕਰਦਾ ਰਿਹਾ ਜੋ ਤੇਥੋਂ ਪਿੱਛੇ ਹੈ, ਉਲਟ ਹੋ ਗਿਆ ਕਰਮ। ਸੇਵਾ ਤਾਂ ਉਸ ਦੀ ਕਰਨੀ ਹੈ ਜੋ ਤੇਥੋਂ ਪਿੱਛੇ ਹੈ, ਉਹਦੀ ਸੇਵਾ ਕਰਕੇ ਉਹਨੂੰ ਆਪਣੇ ਬਰਾਬਰ ਲੈ ਕੇ ਆਉਣਾ ਹੈ। ਤੇ ਮਨੁੱਖ ਤੇ ਇਸ ਦੇ ਉਲਟ ਚੱਲਦਾ, ਸੇਵਾ ਉਹਨਾਂ ਦੀ ਕਰਦੇ ਨੇ ਜਿਹੜੇ ਸਾਥੋਂ ਅਗਾਹਾਂ ਨੇ, ਜਿਹੜੇ ਸਾਡੋਂ ਧਨ ਤੋਂ ਅੱਗੇ ਨੇ, ਪਦਾਰਥਾਂ ਦੇ ਵਿੱਚ ਸਾਥੋਂ ਅੱਗੇ ਨੇ, ਸਰੀਰ ਦੇ ਵਿੱਚ ਸਾਥੋਂ ਤਕੜੇ ਨੇ, ਉਹਨਾਂ ਦੀ ਸੇਵਾ ਹੋ ਰਹੀ ਹੈ। ਇਹ ਜਿਹੜੇ ਦੋਨੇ ਕਰਮ ਨੇ ਨਾ, ਸੇਵਾ ਤੇ ਸਿਮਰਨ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੜੇ ਸੁਚੱਜੇ ਢੰਗ ਦੇ ਨਾਲ ਮਨੁੱਖ ਨੂੰ ਸਮਝਾਉਂਦੇ ਨੇ ਕਿ ਕਿਵੇਂ ਕਰਨੇ ਨੇ। ਸੇਵਾ ਤੇ ਸਿਮਰਨ ਕਦੋਂ ਕਰਨੇ ਨੇ, ਕਿਵੇਂ ਕਰਨੇ ਨੇ, ਕਿਸ ਦੇ ਕਰਨੇ ਹਨ। ਪਰ ਮਨੁੱਖ ਨਿਰੰਤਰ ਲਗਾਤਾਰ ਲੱਗਿਆ ਰਹਿੰਦਾ ਹੈ। ਠੀਕ ਹੈ ਕਿ ਮਨੁੱਖ ਦੇ ਕੋਲ ਇਸ ਗੱਲ ਦੀ ਸੋਝੀ ਹੈ, ਪਰਮਾਤਮਾ ਨੇ ਇਸ ਦੇ ਅੰਦਰ ਸੋਝੀ ਪਾਈ ਹੈ ਕਿ ਤੂੰ ਸੇਵਾ ਕਰਨੀ ਹੈ। ਬਹੁਤੇ ਦੁਨੀਆ ਦੇ ਮਨੁੱਖ ਐਸੇ ਨੇ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਦੇ ਹਾਂ। ਆਮ ਗੱਲ ਹੈ, ਦੁਨੀਆਦਾਰੀ ਵਾਸਤੇ ਆਮ ਗੱਲ ਹੈ, ਬਹੁਤੇ ਕਹਿ ਦਿੰਦੇ ਨੇ। ਪਰ ਐਸਾ ਕਦੀ ਨਹੀਂ ਹੋ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਰਬ ਵਿਆਪਕ ਨੇ, ਉਹ ਸਾਥੋਂ ਇਤਨੇ ਵੱਡੇ ਨੇ, ਉਹਨਾਂ ਦੀ ਅਸੀਂ ਸੇਵਾ ਕੀ ਕਰਾਂਗੇ। ਅਗਰਵਾਈਜ਼ ਜੇ ਅਸੀਂ ਇਹ ਪੁਆਇੰਟ ਕਹਿ ਰਹੇ ਹਾਂ ਤਾਂ ਸੇਵਾ ਕਿਸ ਦੀ ਕਰਨੀ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਦੁਨੀਆ ਦੇ ਵਿੱਚ ਸੇਵਾ ਕਰ, ਸੇਵਾ ਉਹਨਾਂ ਦੀ ਕਰ ਜੋ ਤੈਨੂੰ ਪਿੱਛੇ ਨੇ। ਤੇ ਬੰਦਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਦਾ, ਤਾਂ ਫਿਰ ਗੁਰਬਾਣੀ ਦੇ ਆਧਾਰ ਨੂੰ ਮੁੱਖ ਰੱਖ ਕੇ ਕਰਮ ਇਹ ਉਲਟ ਹੋ ਗਿਆ। ਕਿਉਂਕਿ ਜਦ ਵੀ ਅਸੀਂ ਗੁਰਬਾਣੀ ਨੂੰ ਨਿਰੰਤਰ ਸਿਲਸਿਲਾਵਾਰ ਪੜ੍ਹਦੇ ਹਾਂ ਨਾ, ਤੇ ਉਸ ਗੁਰਬਾਣੀ ਦੇ ਹੀ ਕੁਝ ਐਸੇ ਸ਼ਬਦ ਨੇ ਜਿਹੜੇ ਸ਼ਬਦ ਮਨੁੱਖ ਨੂੰ ਇੰਨਾ ਸੁਚੇਤ ਕਰਦੇ ਨੇ, ਇੰਨਾ ਸੁਚੇਤ ਕਰਦੇ ਨੇ ਕਿ ਮਨੁੱਖ ਦਾ ਮਨ ਕਰਦਾ ਕਿ ਮੈਂ ਆਪਣੀ ਜ਼ੁਬਾਨ ਬੰਦ ਕਰ ਦਿਆਂ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ। ਜਿਹੜੇ ਖੁਦਾ ਦੇ, ਅੱਲਾਹ ਤਾਲਾ ਦੇ ਬਹੁਤੇ ਨੇੜੇ ਨੇ, ਚੁੱਪ ਕਰ ਜਾਂਦੇ ਨੇ, ਕਿਉਂਕਿ ਉਹਨਾਂ ਦੀ ਜ਼ੁਬਾਨ ਹੈ ਜਿਹੜੀ ਉਹ ਬਿਆਨ ਨਹੀਂ ਕਰ ਸਕਦੀ। ਅਗਰਵਾਈਜ਼ ਜੇ ਉਹਨਾਂ ਦੀ ਜ਼ੁਬਾਨ ਉਹਨਾਂ ਦੀ ਬਿਆਨ ਕਰਦੀ ਹੈ ਤਾਂ ਭਾਵੇਂ ਮਨਸੂਰ ਨੇ ਅਨਲ ਹੱਕ ਕਿਹਾ ਸੀ ਕਿ ਮੈਂ ਬਿਲਕੁਲ ਸੱਚ ਹੋ ਚੁੱਕਿਆ, ਪਰ ਉਹਦੀ ਖਲ ਉਤਾਰ ਲਿੱਤੀ ਗਈ ਸੀ। ਫਿਰ ਦੁਨੀਆ ਉਲਟ ਕਰਮ ਪਾਸੇ ਚੱਲਦੀ ਹੈ। ਦੋ ਹੀ ਪੁਆਇੰਟ ਨੇ ਜਿਨ੍ਹਾਂ ਕਰਕੇ ਹਰ ਇੱਕ ਮਨੁੱਖ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ। ਤੇ ਸਿਲਸਿਲਾਵਾਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ ਨਿਰੰਤਰ ਲਗਾਤਾਰ, ਤੇ ਉਹਦੇ ਵਿੱਚ ਬਹੁਤੇ ਸ਼ਬਦ ਐਸੇ ਆ ਜਾਂਦੇ ਨੇ ਜਿਹੜੇ ਸ਼ਬਦਾਂ ਦੇ ਜਦੋਂ ਮਨੁੱਖ ਅਰਥ ਕਰਦਾ ਹੈ ਤੇ ਉਹਨੂੰ ਸਾਰੇ ਦੇ ਸਾਰੇ ਆਪਣੇ ਕੀਤੇ ਹੋਏ ਕਰਮ ਇੰਝ ਲੱਗਦੇ ਨੇ ਕਿ ਮੈਂ ਸਾਰੇ ਦੇ ਸਾਰੇ ਕਰਮ ਉਲਟ ਕਰ ਰਿਹਾ। ਗੁਰਬਾਣੀ ਤੇ ਕੁਛ ਹੋਰ ਕਹਿੰਦੀ ਹੈ, ਮਨੁੱਖ ਕੁਛ ਹੋਰ ਕਰ ਰਿਹਾ ਹੈ। तो बहुती सारी जिंदगियां
ਇਸੇ ਹੀ ਗੱਲ ਤੇ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਜੀ। ਮਹਾਰਾਜ ਦੀ ਬਹੁਤ ਸੇਵਾ ਕੀਤੀ। ਤਾਂ ਗੁਰੂ ਨਾਨਕ ਮਹਾਰਾਜ ਦੇ ਨਾਲ ਕਦੇ ਬੈਠ ਕੇ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਨਿਰੰਤਰ ਬੈਠ ਕੇ ਕਦੇ ਗੁਰੂ ਨਾਨਕ ਦੇ ਨਾਲ ਗੱਲਾਂ ਕਰਕੇ ਦੇਖਿਓ। ਫਿਰ ਗੁਰੂ ਨਾਨਕ ਮਹਾਰਾਜ ਜੀ ਦੱਸਣਗੇ ਕਿ ਸੇਵਾ ਕਿਸ ਦੀ ਕਰਨੀ ਹੈ, ਕਦੋਂ ਕਰਨੀ ਹੈ, ਕਿਵੇਂ ਕਰਨੀ ਹੈ। ਖੈਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਦੁਨੀਆ ਦੀ ਸੇਵਾ ਕਰਨ ਦਾ, ਆਪ ਜੀ ਇਤਿਹਾਸ ਤੋਂ ਤਕਰੀਬਨ ਜਾਣਦੇ ਹੋ। ਯੂਪੀ ਦਾ ਇਲਾਕਾ ਜਦ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਮਨਗਰ ਪਿੰਡ ਦੇ ਵਿੱਚ ਗਏ ਨੇ ਤੇ ਉੱਥੇ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਲੋਕਾਂ ਨੇ ਆਪਣੇ ਘਰ ਦੇ ਵਿੱਚ ਪਨਾਹ ਨਹੀਂ ਦਿੱਤੀ। ਕਹਿੰਦੇ ਜਵਾਬ ਦੇ ਦਿੱਤਾ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਗਰ ਤੋਂ ਬਾਹਰ ਜਿੱਥੇ ਇੱਕ ਝਿੜੀ ਸੀ ਉੱਥੇ ਚਲੇ ਗਏ। ਉੱਥੇ ਬੈਠਾ ਸੀ ਇੱਕ ਕੋਹੜੀ। ਸੇਵਾ ਕਿਸ ਦੀ ਕਰਨੀ ਹੈ, ਕੋਹੜੀ ਬੈਠਾ ਸੀ। ਹਾਏ ਹਾਏ ਦੀਆਂ ਆਵਾਜ਼ਾਂ ਸੁਣੀਆਂ। ਖੈਰ ਸਾਖੀ ਆਪ ਜੀ ਸਾਰਾ ਕੁਝ ਤੁਸੀਂ ਜਾਣੀ ਜਾਣੋ, ਮੈਂ ਸੰਖੇਪ ਵਿੱਚ ਬੋਲ ਦਿੰਦਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੋਲ ਚਲੇ ਗਏ, ਬਚਨ ਵਿਲਾਸ ਹੋਏ। ਭਾਈ ਤੂੰ ਕੌਣ ਹੈ, ਕਿੱਥੋਂ ਹੈ, ਝਿੜੀ ਦੇ ਵਿੱਚ ਝੌਂਪੜੀ ਦੇ ਵਿੱਚ ਕਿਉਂ ਬੈਠਾ ਹੈ? ਕਹਿੰਦੇ ਮਹਾਰਾਜ ਸਰੀਰ ਤੇ ਕੋਹੜ ਹੋ ਗਿਆ ਤੇ ਇਹ ਕੋਹੜ ਜਿਹੜਾ ਹੈ ਇੱਕ ਐਸੀ ਬਿਮਾਰੀ ਹੈ ਜਿਹੜਾ ਇੱਕ ਸਰੀਰ ਤੋਂ ਦੂਜੇ ਸਰੀਰ ਨੂੰ ਲੱਗ ਜਾਂਦਾ ਹੈ। ਤੇ ਮੈਨੂੰ ਤੇ ਮਹਾਰਾਜ ਇਸ ਝੌਂਪੜੀ ਦੇ ਵਿੱਚ ਸਾਡੇ ਘਰ ਦੇ ਪਰਿਵਾਰਕ ਮੈਂਬਰ ਪਾ ਗਏ ਨੇ। ਸੋਟੀ ਦੇ ਨਾਲ ਬੰਨ੍ਹ ਕੇ ਮੈਨੂੰ ਦੂਰੋਂ ਰੋਟੀ ਪਕੜਾਉਂਦੇ ਨੇ। ਜੇ ਮੇਰੇ ਹੱਥ ਲੱਗ ਜਾਵੇ ਤੇ ਮੈਂ ਖਾ ਲੈਣਾ, ਵਰਨਾ ਭੁੱਖਾ ਬੈਠਾ ਰਹਿਣਾ, ਮੇਰੇ ਕੋਲ ਕੋਈ ਆਉਂਦਾ ਨਹੀਂ। ਮਰਦਾਨਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਚੱਲੀਏ, ਇੱਥੇ ਤੇ ਇੱਕ ਕੋਹੜੀ ਹੈ, ਇੱਥੇ ਰਾਤ ਕੱਟਣੀ, ਇੱਥੇ ਤੇ ਕੁਝ ਪਲ ਕੱਟਣੇ, ਮਿੰਟ ਕੱਟਣੇ ਔਖੇ ਨੇ, ਇੱਥੇ ਰਾਤ ਪੂਰੀ ਰਾਤ ਕਿਵੇਂ ਕੱਟਾਂਗੇ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਰਦਾਨੇ ਨੂੰ ਪਤਾ ਕੀ ਕਹਿੰਦੇ ਸੀ? ਮਰਦਾਨਿਆਂ, ਇਸ ਇਲਾਕੇ ਦੇ ਵਿੱਚ ਆਏ ਆਪਾਂ ਇੱਥੇ ਰਾਤ ਕੱਟਣ ਵਾਸਤੇ ਆ। ਇਸ ਇਲਾਕੇ ਦੇ ਵਿੱਚ ਆਪਾਂ ਇੱਥੇ ਹੀ ਰਾਤ ਕੱਟਣ ਵਾਸਤੇ ਆਏ ਆ, ਰਾਤ ਇੱਥੇ ਹੀ ਕੱਟਣੀ ਹੈ। ਇੱਕ ਕੋਹੜੀ ਦੇ ਕੋਲ, ਹਾਂ ਮਰਦਾਨਿਆਂ, ਇਸ ਦੇ ਕੋਲ ਰਾਤ ਵੀ ਕੱਟਣੀ ਹੈ ਤੇ ਰਾਤੋਂ ਰਾਤ ਕੇਵਲ ਕੱਲੀ ਇਹਦੇ ਕੋਲੇ ਰਾਤ ਨਹੀਂ ਕੱਟਣੀ, ਰਾਤੋਂ ਰਾਤ ਪਰਮਾਤਮਾ ਦੇ ਸ਼ਬਦ ਦੇ ਨਾਲ ਇਹਦਾ ਕੋਹੜ ਵੀ ਕੱਟਣਾ ਹੈ। ਤੋ ਗੁਰੂ ਨਾਨਕ ਦਾ ਇਤਿਹਾਸ ਦੱਸ ਰਿਹਾ ਹੈ ਕਿ ਸੇਵਾ ਕਿਹਦੀ ਕਰਨੀ ਹੈ। ਸਾਰੀ ਰਾਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਚਨ ਵਿਲਾਸ ਕਰਦੇ ਰਹੇ। ਉੱਥੇ ਕੋਹੜੀ ਦੇ ਪਾਸ ਸ਼ਬਦ ਵੀ ਪੜਿਆ ਮਹਾਰਾਜ ਜੀ ਨੇ, ਧਨਾਸਰੀ ਰਾਗ ਦੇ ਅੰਦਰ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣਾ ਸਭ ਸੋਏ, ਜਿਨ ਕਨ ਕੀਤੀ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋਏ ਚੱਲਿਆ ਲਾਏ, ਦਰਗਹਿ ਵੈਸਨ ਨਾਹੀ ਜਾਏ, ਕਰ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਓ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਹ ਸਾਰਾ ਸ਼ਬਦ ਜਿਹੜਾ ਹੈ ਉਸ ਕੋਹੜੀ ਦੇ ਪਾਸ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਪੜ੍ਹਿਆ। ਤੇ ਜਦੋਂ ਨੂੰ ਹੋਇਆ ਅੰਮ੍ਰਿਤ ਵੇਲਾ, ਰਾਤੋਂ ਰਾਤ ਉਸ ਕੋਹੜੀ ਦਾ ਕੋਹੜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸ਼ਬਦ ਦੇ ਨਾਲ ਕੱਟ ਦਿੱਤਾ ਸੀ। ਫਿਰ ਉਹ ਕੋਹੜੀ ਸੀ ਜਿਹੜਾ ਭੱਜਿਆ ਆਪਣੇ ਨਗਰ ਵੱਲ। ਇਹ ਨਗਰ ਦੇ ਲੋਕੋ ਗਲੀਆਂ ਦੇ ਵਿੱਚ ਢੰਡੋਰਾ ਦਿੰਦਾ ਹੈ। ਨਗਰ ਦੇ ਲੋਕੋ, ਜਿਨ੍ਹਾਂ ਨੂੰ ਤੁਸੀਂ ਕੱਲ ਨਗਰ ਦੇ ਵਿੱਚ ਨਹੀਂ ਨਾ ਰਹਿਣ ਦਿੱਤਾ ਸੀ, ਉਹ ਕੋਈ ਅਵਤਾਰੀ ਪੁਰਖ ਨੇ। ਇਹ ਦੇਖੋ ਮੇਰਾ ਸਰੀਰ ਉਹਨਾਂ ਨੇ ਕੰਚਨ ਵਰਗਾ ਕਰ ਦਿੱਤਾ ਹੈ, ਸਾਰੇ ਦਾ ਸਾਰਾ ਕੋਹੜ ਮੇਰਾ ਕੱਟ ਦਿੱਤਾ ਹੈ। ਇਹ ਕੇਵਲ ਇਕੱਲੀ ਸਾਖੀ ਨਹੀਂ ਹੈ, ਮਾਫ ਕਰਨਾ, ਇਹਦੇ ਵਿੱਚ ਸਿਰਫ ਦੁਨੀਆ
ਜਿਹੜੀ ਹੈ ਕੇਵਲ ਇਕੱਲੀਆਂ ਸਾਖੀਆਂ ਤੱਕ ਸਾਖੀਆਂ ਸੁਣ ਲਓ, ਠੀਕ ਹੈ, ਪਰ ਉਸ ਚੀਜ਼ ਦਾ ਕੋਈ ਨਿਚੋੜ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਜਿੰਨਾ ਇਤਿਹਾਸ ਅਸੀਂ ਪੜ੍ਹਦੇ ਹਾਂ, ਉਸ ਇਤਿਹਾਸ ਦੇ ਵਿੱਚ ਸਾਰੀਆਂ ਸਾਖੀਆਂ ਵਿੱਚ ਸਾਨੂੰ ਇਹੋ ਹੀ ਚੀਜ਼ ਮਿਲਦੀ ਹੈ ਕਿ ਜਿਹਨੇ ਭੁੱਲੇ ਸੀ ਮਾਰਗ ਤੋਂ ਉਹਨਾਂ ਨੂੰ ਮਾਰਗ ਪਾਇਆ, ਕੋੜੀਆਂ ਦੇ ਕੋੜ ਕੱਟੇ, ਜਿਹੜੇ ਪਿੱਛੇ ਸੀ ਉਹਨਾਂ ਦੀ ਬਾਂਹ ਪਕੜ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਬਰਾਬਰ ਲੈ ਕੇ ਆਂਦਾ। ਸੱਜਣ ਨੂੰ ਕਿਹਾ ਸੀ ਤੇਰੀ ਮਾਂ ਨੇ ਨਾਮ ਬੜਾ ਪਿਆਰਾ ਰੱਖਿਆ, ਤੋ ਸੱਜਣਾ ਤੂੰ ਸੱਜਣਾ ਵਾਲੇ ਕਰਮ ਕਰ, ਤੂੰ ਠੱਗੀਆਂ ਕਿਉਂ ਮਾਰਦਾ, ਇੱਕ ਸੰਤ ਬਣਾ ਦਿੱਤਾ। ਕੌਡੇ ਰਾਖਸ਼ ਦੇ ਕੋਲ ਰਾਖਸ਼ ਬੁੱਧੀ ਵਾਲੇ ਨੂੰ ਗੁਰੂ ਨਾਨਕ ਮਹਾਰਾਜ ਨੇ ਉਪਦੇਸ਼ ਦੇ ਕੇ ਸੰਤ ਬਣਾ ਦਿੱਤਾ ਸੀ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪੂਜਾ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਉਸੇ ਵਕਤ ਹੀ ਉਹਨਾਂ ਦੀ ਪੂਜਾ ਹੁੰਦੀ ਸੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤਾਰੇ ਸੀ। ਉਹਨਾਂ ਦੀ ਵੀ ਪੂਜਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਹੋਣੀ। ਜਿਨ੍ਹਾਂ ਨੂੰ ਕੋਈ ਨਹੀਂ ਪਹਿਚਾਣਦਾ ਸੀ ਉਹਨਾਂ ਦੀ ਪਹਿਚਾਣ ਦੁਨੀਆ ਦੇ ਵਿੱਚ ਵੱਖਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਣਾ ਦਿੱਤੀ। ਤੋ ਜਿੰਨਾ ਇਤਿਹਾਸ ਅਸੀਂ ਪੜ੍ਹਾਂਗੇ ਵਿੱਚ ਦੁਨੀਆ ਸੇਵ ਕਮਾਈ ਹੈ, ਤੋ ਸੇਵਾ ਹਮੇਸ਼ਾ ਉਸੇ ਦੀ ਕਰਨੀ ਹੈ ਜੋ ਸਾਥੋਂ ਪਿਛਾਂ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਇਤਿਹਾਸ ਪਾਤਸ਼ਾਹੀਆਂ ਦਾ ਭਰਿਆ ਪਿਆ ਇਸ ਗੱਲ ਦੇ ਨਾਲ। ਉਹਨਾਂ ਨੂੰ ਸੇਵਾ ਕਰਕੇ ਉਹਨਾਂ ਨੂੰ ਆਪਣੇ ਬਰਾਬਰ ਲੈ ਕੇ ਆਂਦਾ। ਸਿਮਰਨ ਉਸ ਦਾ ਕਰਨਾ ਹੈ ਜੋ ਸਾਥੋਂ ਹਮੇਸ਼ਾ ਅਗਾਂਹ ਹੈ, ਜੋ ਸਾਥੋਂ ਹਮੇਸ਼ਾ ਅਗਾਂਹ ਹੈ। ਤੋ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਮਨੁੱਖ ਸਿਲਸਿਲਾਵਾਰ ਗੁਰਬਾਣੀ ਨੂੰ ਨਹੀਂ ਪੜ੍ਹਦੇ ਉਹ ਇਹਨਾਂ ਕਰਮਾਂ ਨੂੰ ਉਲਟ ਕਰਮ ਵੀ ਕਰਦੇ ਹਨ। ਬਹੁਤੇ ਤੇ ਉਲਾਂਬੇਦਾਰ ਵੀ ਬਣਾ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਮਹਾਰਾਜ ਮੈਂ ਤਾਂ ਤੇਰੀ ਇੰਨੀ ਸੇਵਾ ਕਰਦਾ ਰਿਹਾ, ਫਿਰ ਇਸ ਤੋਂ ਭਾਵ ਕਿ ਤੂੰ ਗੁਰੂ ਗ੍ਰੰਥ ਸਾਹਿਬ ਜੀ ਜੇ ਸੇਵਾ ਕਰਦਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਝਦਾ ਕੀ ਹੈ ਕਿ ਤੇ ਤੋਂ ਪਿੱਛੇ ਨੇ? ਨਹੀਂ। ਸਿਲਸਿਲਾਵਾਰ ਨਿਰੰਤਰ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰੂ ਇਤਿਹਾਸ ਨੂੰ ਪੜ੍ਹਦੇ ਨੇ ਜਿਹੜੇ, ਭਾਵੇਂ ਠੀਕ ਹੈ ਜੋ ਕਿ ਸਮੇਂ ਦਾ ਤਾਂ ਹੁਣ ਸਮਾਂ ਨਹੀਂ ਰਿਹਾ ਕਿਸੇ ਕੋਲੇ, ਸਮਾਂ ਇਤਨਾ ਮਨੁੱਖ ਕੋਲੇ ਘਟ ਗਿਆ ਹੈ ਕਿ ਗੁਰੂ ਵਾਸਤੇ ਬਿਲਕੁਲ ਵੀ ਸਮਾਂ ਨਹੀਂ ਹੈ। ਉਂਝ ਭਾਵੇਂ ਕਿਸੇ ਜਗ੍ਹਾ 'ਤੇ ਗਏ ਹੋਏ ਸਾਰਾ ਦਿਨ ਲੱਗ ਜੇ, ਰਾਤ ਨੂੰ ਵੀ ਬੰਦਾ ਛੇਤੀ ਘਰੇ ਮੁੜਨ ਦੀ ਖੇਚਲ ਨਹੀਂ ਕਰਦਾ, ਸਾਰਾ ਦਿਨ ਲੱਗਿਆ ਰਹਿੰਦਾ। ਹੱਥ ਨੇ ਵੀ ਫਿਰ ਇਹ ਨਿਰੰਤਰ ਛੇਤੀ ਘਰ ਨੂੰ ਮੁੜਨ ਦੇ ਯਤਨ ਨਹੀਂ ਕਰਦਾ, ਫਿਰ ਵੀ ਕਹਿੰਦਾ ਚਲੋ ਅੱਜ ਦਾ ਦਿਨ ਤਾਂ ਹੁਣ ਲੰਘੇ ਹੀ ਹੈ, 2 ਘੰਟੇ ਹੋਰ ਰਾਤ ਪੈ ਜੂ ਫਿਰ ਕੀ ਹੋਣ ਲੱਗੇ। ਅੱਧੀ ਰਾਤ ਘਰੇ ਵੜਦੇ ਨੇ। ਕੰਮ ਸਿਰਫ 20 ਮਿੰਟਾਂ ਦਾ ਹੁੰਦਾ ਹੈ, 20 ਮਿੰਟਾਂ ਦੇ ਕੰਮ ਪਿੱਛੇ ਸਾਰਾ ਦਿਨ ਅੱਧੀ ਰਾਤ ਤੱਕ। ਤੇ ਫਿਰ ਜਦੋਂ ਘਰੇ ਆਉਂਦੇ ਨੇ ਫਿਰ ਐਸੇ ਭੂਤ ਪ੍ਰੇਤਾਂ ਦੀ ਘਰਾਂ ਦੇ ਵਿੱਚ ਪੂਜਾ ਵੀ ਬੜੀ ਹੁੰਦੀ ਹੈ, ਬੜੀ ਪੂਜਾ ਹੁੰਦੀ ਹੈ, ਬੜਾ ਉਹਨੂੰ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਫਿਰ ਉਹ ਘਰੇ ਆ ਕੇ ਭੂਤ ਖੌਰੂ ਪਾਉਂਦੇ ਨੇ। 20 ਮਿੰਟਾਂ ਦੇ ਕੰਮ ਪਿੱਛੇ ਸਾਰਾ ਦਿਨ ਅੱਧੀ ਰਾਤ ਤੱਕ ਬੰਦਾ ਖਪਦਾ ਰਹਿੰਦਾ ਹੈ। ਕਮਾਲ ਦੀ ਗੱਲ ਹੈ, ਜੇ ਕੋਈ ਬਾਣੀ ਪੜ੍ਹਦਾ ਬੰਦਾ, ਕੋਈ ਕਥਾ ਕੀਰਤਨ ਕਰਦਾ, 5 ਮਿੰਟ ਵੱਧ ਲਾ ਦੇ, 5 ਮਿੰਟ, ਸਿਰਫ 5 ਮਿੰਟ, ਫਿਰ ਉਹਨੂੰ ਸਾਹਮਣੇ ਤੇ ਨਹੀਂ ਕਹਿ ਸਕਦੇ ਵੀ ਤੂੰ 5 ਮਿੰਟ ਵੱਧ ਕਿਉਂ ਲਾਤੇ, ਤੇ ਪਿੱਛੇ ਤੋਂ ਫਿਰ ਅਸੀਂ ਹਟਣਾ ਨਹੀਂ ਹੈ, ਫਿਰ ਨਹੀਂ ਹਟਦੇ। ਸੋ ਇਹ ਜਿਹੜਾ ਪਰਮਾਤਮਾ ਦੇ ਨਾਲ ਸਾਡਾ ਨੇਹੋ ਹੈ, ਇਹ ਉਦੋਂ ਜੁੜਦਾ ਜਦੋਂ ਅਸੀਂ ਨਿਰੰਤਰ ਪਰਮਾਤਮਾ ਦੇ ਹੋ ਕੇ ਬੈਠ ਜਾਈਏ। ਸੋ ਸਮਾਂ ਮਨੁੱਖ ਦੇ ਕੋਲ ਭਾਵੇਂ ਥੋੜ੍ਹਾ ਹੈ, ਚਲੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਅਕਾਲ ਪੁਰਖ ਮਹਾਰਾਜ ਜਿੰਨਾ ਕੁ ਸਮਾਂ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਉਨਾ ਕੁ ਸਮੇਂ ਨੂੰ ਆਪਾਂ ਸੁਹਾਵਣਾ ਬਣਾਉਣ ਦੇ ਯਤਨ ਕਰਦੇ ਹਾਂ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ